किसान मजदूर संघर्ष कमेटी वालों लंबे समय तो जिथे सरकारों के खिलाफ मोर्चा खोलिया हुआ है तो उत्थे ही आम आदमी पार्टी की पंजाब सरकार नूं अज 50 दिन हो गए ने। किसान मजदूर संघर्ष कमेटी वालों सूबा भर के DC दफ्तरों के अज घिराव किया जा रहा। सूबा सकत्तर सरवन सिंह भंदेर साडे नाल ने गलबात करांगे। भंदेर साहब, किस मुद्दे नूं लैके अज तुहाडे वालों DC दफ्तर अमृतसर का घिराव किया जा रहा? देखो, मेन ये इशू जड़े ने, एक तो वक्ती तौर पर पंजाब दे विच भविख दा सवाल आ पानी ना जी। ते पानी 20-25 सालों तो जे पानी की कोई साम संभाल ना की जिहड़ा जमीन के हेठ है तो मुक्कण जा रहा। ਉਹਦੇ ਲਈ ਅਸੀਂ ਅੱਜ नहीं पहले दिन तो कहते रहे भी ਜਦੋਂ देश ਨੂੰ ਲੋੜ ਸੀਗੀ ਹਰਾ ਇਨਕਲਾਬ ਤੇ ਸਾਡੇ ਕੋਲ ਝੋਨਾ ਲਵਾਇਆ ਗਿਆ ਤੇ ਇਹ ਉਹਦੇ ਹਰੇ ਇਨਕਲਾਬ ਦਾ ਮਾਡਲ ਸੀਗਾ ਜਿਸ ਚ ਕਮਰਸ਼ੀਅਲ ਮਾਡਲ ਸੀਗਾ ਕੀਟਨਾਸ਼ਕ ਜ਼ਹਿਰਾਂ ਵਾਲਾ ਦਵਾਈਆਂ ਪਾਉਣ ਵਾਲਾ, ਉਹਦੇ ਨਾਲ ਸਾਡਾ ਬਹੁਤ ਨੁਕਸਾਨ ਹੋਇਆ। ਜੇ ਅੱਜ ਵੀ ਪੰਜਾਬ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਸੰਜੀਦਾ ਤੇ ਉਹ ਬਰਸਾਤ ਦਾ ਜਿਹੜਾ ਕੁਦਰਤੀ ਪਾਣੀ ਆ ਉਹ ਜ਼ਮੀਨ ਹੇਠ ਰਿਸਾਵ ਕਰਕੇ ਜ਼ਮੀਨ ਦੇ ਥੱਲੇ ਤਲ ਦੇ ਵਿੱਚ ਪਾਣੀ ਦਾ ਵਾਧਾ ਕਿਵੇਂ ਕੀਤਾ ਜਾਵੇ, ਇਹ 'ਤੇ ਪਾਲਿਸੀ ਲਿਆਉਣ। ਸੈਕੰਡਲੀ ਇਹ ਸਾਡਾ ਹੈਗਾ ਵੀ ਜਿਹੜੀਆਂ ਫਸਲਾਂ ਪਾਣੀ ਦੀ ਘੱਟ ਵਰਤੋਂ ਹੁੰਦੀ ਉਹਨਾਂ ਦੀ ਸਿੰਚਾਈ ਦੇ ਵਿੱਚ, ਜਿਵੇਂ ਦਾਲ ਬੀਜ ਆ ਆਪਾਂ ਪਹਿਲਾਂ ਬੀਜਦੇ ਸੀ, ਤੇਲ ਬੀਜ ਆ, ਮੱਕੀ ਆ, ਬਾਸਮਤੀ ਬਾਹਰੋਂ ਡਾਲਰ ਜਨਰੇਟ ਕਰਦੀ ਆ, ਇਹ ਸਾਉਣ 'ਚ ਲੱਗਦੀ, ਇਹ 'ਚ ਪਾਣੀ ਘੱਟ ਵਾ। ਇਹਨਾਂ ਫਸਲਾਂ ਦੀ ਸਾਨੂੰ MSP ਲਾਹੇਮੰਦ ਦਿੱਤੀ ਜਾਵੇ ਤੇ ਅਸੀਂ ਝੋਨੇ ਵਾਲੇ ਚੱਕਰ 'ਚੋਂ ਨਿਕਲੀਏ। ਇੱਕ ਤਾਂ ਇਹ ਡਿਮਾਂਡਸ ਹੈਗੀਆਂ। तीसरा भी यार कि कणक का उत्पादन घट होया, करजा पहलों साडे सिर चढ़िया, किसान मजदूर खुदकुशियां कर रहा, ਉਹਦੇ मुआवजे का सवाल है। पहली गल भी ਉਹਦਾ बॉन्स की देंदे आ केंद्र ਜਾਂ पंजाब सानू, ਉਹਦੇ बारे हजे तक स्पष्ट नहीं हैगा। ਇਹ ਤੋਂ ਗਾਂ भी ਕਰਜ਼ਾ ਸਾਡੇ ਸਿਰ ਚੜਿਆ ਹੈ, ਕਿਵੇਂ ਸਾਡੇ ਸਿਰਾਂ ਤੋਂ ਲੱਥੂਗਾ। ਭਗਵੰਤ ਮਾਨ ਸਰਕਾਰ ਦੇ ਦਾਅਵੇ ਰਹੇ ਵੀ ਅਸੀਂ ਕਰਜ਼ਾ ਮੁਕਤ ਪੰਜਾਬ ਵਿਦ ਕਿਸਾਨ ਕਰਾਂਗੇ, ਤਾਂ ਉਹਦਾ ਕੋਈ ਐਲਾਨ ਆਵੇ, ਪਾਲਿਸੀ ਆਵੇ। ਇਹ ਤੋਂ ਗਾਂ ਸਾਡੇ ਸਿਰ ਕਰਜ਼ਾ ਨਾ ਚੜੇ, ਸਾਨੂੰ ਫਸਲਾਂ ਦੇ ਲਾਹੇਮੰਦ ਭਾਅ ਦੇਣੇ ਚਾਹੀਦੇ ਆ। ਬੇਰੁਜ਼ਗਾਰੀ ਦਾ ਵੱਡਾ ਸਵਾਲ ਆ। ਇਹ ਤੋਂ ਗਾਂ ਬਹੁਤ ਸਾਰੇ ਮੁੱਦਿਆਂ ਤੇ ਤੁਹਾਡਾ ਪੈਸਾ ਨਹੀਂ ਲੱਗਦਾ, ਜਿਵੇਂ ਨਸ਼ਾਬੰਦੀ ਆ, ਨਸ਼ਾਬੰਦੀ ਤੇ ਕੋਈ ਪੈਸਾ ਨਹੀਂ ਲੱਗਦਾ ਹੈਗਾ। ਨਸ਼ਾ ਭਰਮਾਰ ਆ। ਅੱਜ ਵੀ ਕੁਝ ਨੌਜਵਾਨ ਅਖਬਾਰਾਂ ਦੀਆਂ ਸੁਰਖੀਆਂ 'ਚ ਬਣੇ ਨੇ ਵੀ ਓਵਰਡੋਜ਼ ਨਸ਼ੇ ਨਾਲ ਜਾਂ ਨਸ਼ੇ ਦੇ ਕੋਈ ਹੋਰ ਕਾਰਨਾਂ ਨਾਲ ਉਹਨਾਂ ਦੀਆਂ ਮੌਤ ਹੋਈ ਆ। ਤਾਂ ਉਹ ਜਿਹੜੇ ਸਧਾਰਨ ਪਿੰਡਾਂ ਦੇ ਨੌਜਵਾਨ ਨੇ ਜਿਹੜੇ ਕਿਸੇ ਨਾ ਕਿਸੇ ਕਾਰਨ ਨਸ਼ਿਆਂ ਦਾ ਸ਼ਿਕਾਰ ਹੋ ਗਏ, ਉਹਨਾਂ ਨੂੰ ਇਲਾਜ ਕਰਕੇ ਸਮਾਜ ਦੀ ਮੁੱਖ ਧਾਰਾ ਵਿੱਚ ਮੁੜ ਲਿਆਂਦਾ ਜਾਵੇ। ਇਹ ਤੋਂ ਕਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ ਤੇ ਜਿਹੜੇ ਵੱਡੀਆਂ ਮੱਛੀਆਂ ਨੇ, ਜਿਹੜੇ ਵੱਡੇ ਤਸਕਰ ਨੇ ਨਸ਼ਿਆਂ ਦੇ, ਜਿਹੜੇ ਟੰਨਾਂ ਨਾਲ ਸਪਲਾਇਰ ਨੇ, ਉਹਨਾਂ ਨੂੰ ਫੜਿਆ ਜਾਵੇ। ਭੰਦੇਰ ਸਾਹਿਬ, ਤੁਸੀਂ ਪਾਣੀ ਦੀ ਗੱਲ ਕੀਤੀ ਹੈ, ਗੱਲ ਕਰੀਏ ਤਾਂ ਹੁਣ ਮਾਨ ਸਰਕਾਰ ਨੇ ਥੋੜੇ ਦਿਨ ਕਿਹਾ ਕਿ ਸਿੱਧੀ ਬਿਜਾਈ ਕੀਤੀ ਜਾਵੇ, 1500 ਰੁਪਇਆ ਸਬਸਿਡੀ ਦਿੱਤੀ ਜਾਊਗੀ। ਤੁਸੀਂ ਮਾਨ ਸਰਕਾਰ ਦੇ ਜਾਂ ਭਗਵੰਤ ਮਾਨ ਦੇ ਇਸ ਫੈਸਲੇ ਨਾਲ ਸਹਿਮਤ ਹੋ? 1500 ਰੁਪਏ ਨਾਲ ਕਿਸਾਨ ਦਾ ਗੁਜ਼ਾਰਾ ਹੋ ਜਾਊਗਾ, ਪਾਣੀ ਬਚੂ 1500 ਰੁਪਏ ਦੇ ਨਾਲ? ਦੇਖੋ, ਇੱਕ ਤਾਂ ਸਿੱਧੀ ਬਿਜਾਈ ਨਾਲ ਪਾਣੀ ਦੀ ਬਚਤ ਹੁੰਦੀ ਆ, ਪਰ ਉਹ ਪਾਣੀ ਦੀ ਬਚਤ ਇੰਨੀ ਨਹੀਂ ਹੁੰਦੀ ਕਿ ਪੰਜਾਬ ਇਸ ਵੇਲੇ ਪੰਜਾਬ ਦੇ ਸੰਕਟ ਨੂੰ ਹੱਲ ਕਰ ਸਕੇ। ਜੀ ਚਲੋ, ਚੰਗੀ ਗੱਲ ਹੈ, ਕੁਛ ਤਾਂ ਬਚਤ ਹੋਈ, ਪਰ ਉਹ 1500 ਰੁਪਏ ਦਿੰਦੇ ਆ। ਇੱਥੇ ਇਸ ਢੰਗ ਨਾਲ ਜਿਹੜੀ ਨਦੀਨਾਂ ਦੀ ਸਮੱਸਿਆ ਬਹੁਤ ਵੱਡੇ ਪੱਧਰ ਤੇ ਆਉਂਦੀ ਹੈ, ਬਿਮਾਰੀ ਦੀ ਸਮੱਸਿਆ ਵੀ ਬਹੁਤ ਵੱਡੇ ਪੱਧਰ ਤੇ ਆਉਂਦੀ ਹੈਗੀ। ਤਾਂ ਇਹ ਸਬਸਿਡੀ 10,000 ਕੀਤੀ ਜਾਣੀ ਜੀ, ਇਹ ਸਬਸਿਡੀ ਬਹੁਤ ਥੋੜੀ ਹੈਗੀ ਆ। ਬਹੁਤ ਸਾਰੇ ਕਿਸਾਨਾਂ ਦਾ ਕਹਿਣਾ ਕਿ ਅਸੀਂ ਦਵਾਈਆਂ ਪਾਉਂਦੇ ਆ, ਦਵਾਈਆਂ ਮਹਿੰਗੀਆਂ ਮਿਲਦੀਆਂ ਨੇ, ਪਰ ਨਦੀਨਾਂ ਨੂੰ ਜਿਹੜਾ ਉਹ ਅਸਰ ਨਹੀਂ ਕਰਦੀਆਂ ਦਵਾਈਆਂ। ਕੀ ਤੁਹਾਨੂੰ ਲੱਗਦਾ ਮਾਨ ਸਰਕਾਰ ਨੂੰ ਐਕਸ਼ਨ ਲੈਣਾ ਚਾਹੀਦਾ ਇਸ ਚੀਜ਼ ਤੇ ਵੀ? ਹਾਂ, ਕਿਉਂ ਨਹੀਂ। ਅਸਲ ਵਿੱਚ ਸਰਕਾਰਾਂ ਸਮੇਂ ਸਿਰ ਖੇਤੀਬਾੜੀ ਯੂਨੀਵਰਸਿਟੀ ਨੂੰ ਫੰਡ ਨਹੀਂ ਦਿੰਦੀਆਂ ਵੀ ਉਹ ਨਦੀਨਾਂ ਦੇ ਹਾਨ ਦੀ ਖੋਜ ਹੋਵੇ। ਜਦੋਂ ਲਗਾਤਾਰ ਨਦੀਨ ਨਹੀਂ ਮਰਦੇ ਹੈਗੇ, ਨਵੀਂ ਦਵਾਈ ਉਦੋਂ ਲਿਆਂਦੀ ਜਾਂਦੀ, ਫਿਰ ਉਹਦਾ ਰੇਟ ਦੂਣੇ ਤੀਣੇ ਬਣਾਏ ਜਾਂਦੇ ਆ ਤੇ ਤਾਂ ਜੋ ਲੋਕ ਪਹਿਲੇ ਦਵਾਈ ਤੋਂ ਅੱਕੇ ਹੋਣ ਵੀ ਜਿੰਨਾ ਮਰਜ਼ੀ ਰੇਟ ਆਖੇ ਮੂੰਹ ਮੰਗਿਆ ਦੇ ਸਕੇ। ਤਾਂ ਇਸ ਕਰਕੇ ਇਹਦੇ ਤੇ ਸਪੈਸ਼ਲ ਚਾਹੀਦੀ ਆ ਵੀ ਯੂਨੀਵਰਸਿਟੀ ਨੂੰ ਫੰਡਿੰਗ ਮੁਹੱਈਆ ਕਰਾਈ ਜਾਵੇ ਵੀ ਜਿਹੜੀ ਨਦੀਨਾਂ ਦੇ ਉੱਤੇ ਸਪੈਸ਼ਲ ਖੋਜ, ਚੰਗੀਆਂ ਦਵਾਈਆਂ ਜਿਹੜੀਆਂ ਸਾਡੇ ਵਾਤਾਵਰਣ ਤੇ ਸਾਡੇ ਪੋਲੂਸ਼ਨ ਬਣਾ ਕਾਰਨ ਸਾਡੀ ਸਿਹਤ ਵਾਸਤੇ ਵੀ ਇਸ ਕਿਸਮ ਦੀਆਂ ਦਵਾਈਆਂ ਪੈਦਾ। ਤੁਹਾਡੇ ਸਵਾਲ ਚੁੱਕੇ ਜਾਂਦੇ ਸੀ ਸਰਕਾਰਾਂ ਦੇ ਕਿ ਮੰਡੀਕਰਨ ਕੀਤਾ ਜਾਵੇ, ਅਸੀਂ ਇਕੱਲਾ ਕਣਕ ਝੋਨਾ ਬੀਜਦੇ ਹਾਂ, ਤੇ ਮਾਨ ਸਰਕਾਰ ਨੇ ਥੋੜੀ ਦੇਰ ਫੈਸਲਾ ਲਿਆ ਕਿ ਕੁਝ ਮੂੰਗੀ ਵਰਗੀਆਂ ਹੋਰ ਫਸਲਾਂ ਦੀ ਐਲਾਨ ਕੀਤਾ ਹੈ ਕਿ ਕਿਸਾਨ ਬੀਜ ਸਕਦੇ, ਅਸੀਂ ਖਰੀਦਾਂਗੇ। ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਜਿਹੜੀਆਂ ਹੁਣ ਕਿਸਾਨ ਵਾਸਤੇ ਹੋਰ ਲਾਹੇਵੰਦ ਹੋ ਸਕਦੀਆਂ, ਜਾਂ ਫਿਰ ਜਦੋਂ ਮੂੰਗੀ ਬੀਜੀ ਜਾਂਦੀ ਆ, ਮੀਂਹ ਕਣੀ ਆ ਜਾਂਦਾ, ਸਰਕਾਰ ਫਿਰ ਉਹਦਾ ਮੁਆਵਜ਼ਾ ਵੀ ਦੇਵੇਗੀ ਤੁਹਾਨੂੰ ਇਹਨਾਂ ਵਾਅਦਿਆਂ ਦੇ ਨਾਲ? ਦੇਖੋ, ਐਲਾਨ ਨਾਲ ਤਾਂ ਕੁਝ ਨਹੀਂ ਹੋਣਾ ਜੀ। ਪਿਛਲੇ ਮੁੱਖ ਮੰਤਰੀ ਵੀ ਐਲਾਨ ਹੀ ਕਰਦੇ ਸੀਗੇ ਜੀ। ਉਹ ਤਾਂ MSP ਤੈਅ ਕਰਕੇ ਸਾਨੂੰ ਦੱਸਣ ਵੀ ਅਸੀਂ ਆਹ ਰੇਟ ਤੈਅ ਕਰ ਦਿੱਤਾ, ਫਿਰ ਕਿਸਾਨਾਂ ਨੂੰ ਮੂੰਗੀ ਬੀਜਣੀ ਵੀ ਆਉਂਦੀ ਆ, ਮੰਡੀਕਰਨ ਵੀ ਆਉਂਦਾ ਕਿਸਾਨ ਨੂੰ। ਸਵਾਲ ਆ ਫਸਲ ਦਾ ਰੇਟ ਤੇ ਨਾ ਸਰਕਾਰ ਦਾ। ਇਹੀ ਕਹਿੰਦੇ ਤੇਲ ਬੀਜ ਹੋਵੇ, ਮੱਕੀ ਹੋਵੇ,
ਦਾਲਾਂ ਹੋਣ, ਆਪਣੀ ਬਾਸਮਤੀ ਹੋਵੇ, ਤੁਸੀਂ ਰੇਟ ਤੈਅ ਕਰੋ। ਅਸੀਂ ਕਹਿੰਦੇ ਮਾਰਕੀਟ ਦਾ ਪ੍ਰਬੰਧ ਸਰਕਾਰਾਂ ਦਾ ਕੰਮ ਹੁੰਦਾ ਕਮਰਸ਼ੀਅਲ ਲੈਵਲ ਤੇ, ਬਾਕੀ ਕੰਮ ਸਾਡਾ ਹੈਗਾ। ਪਰ ਸਰਕਾਰਾਂ ਇਕੱਲੇ ਬਿਆਨ ਦੇ ਕੇ ਸਾਰਦੀਆਂ, ਬਿਆਨਾਂ ਨਾਲ ਕੁਝ ਵੀ ਨਹੀਂ ਹੋਣਾ। ਜੀ ਸਾਹਿਬ, ਨਸ਼ੇ ਨੂੰ ਲੈ ਕੇ ਸਾਰੀਆਂ ਸਰਕਾਰਾਂ ਵਾਅਦੇ ਕਰਦੀਆਂ ਸਾਡੀ ਸਰਕਾਰ ਬਣਾ ਦਿਓ, ਪੰਜਾਬ 'ਚੋਂ ਨਸ਼ਾ ਖਤਮ ਕਰ ਦਿਆਂਗੇ। 50 ਦਿਨ ਹੋ ਗਏ ਜਿਵੇਂ ਪਹਿਲਾਂ ਗੱਲ ਕੀਤੀ, ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਆ, ਕੀ ਪੰਜਾਬ 'ਚੋਂ ਨਸ਼ਾ ਖਤਮ ਹੋ ਗਿਆ ਇਹਨਾਂ 50 ਦਿਨਾਂ ਦੇ ਵਿੱਚ? ਨਹੀਂ, ਦੇਖੋ ਨਸ਼ਿਆਂ ਕਾਰਨ ਲੁੱਟਾਂ ਖੋਹਾਂ ਮਾਰਾਂ ਡਕੈਤੀਆਂ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ। ਨਸ਼ਾ ਬੰਦ ਤਾਂ ਕੀ ਹੋਣਾ, ਜਿਹੜੇ ਬੰਦੇ ਨਸ਼ੇ ਦੇ ਵਿਰੁੱਧ ਪਿੰਡਾਂ 'ਚ ਜਾਂ ਸ਼ਹਿਰਾਂ ਜਾਂ ਕਸਬਿਆਂ 'ਚ ਆਵਾਜ਼ ਚੱਕਦੇ ਆ, ਉਹ ਨਸ਼ੇ ਵਾਲੇ ਬੰਦੇ ਉਹਨਾਂ ਨੂੰ ਗਾਲਾਂ ਕੱਢਦੇ ਆ, ਤਾਂ ਉਹਨਾਂ ਦੀ ਰੱਖਿਆ ਵੀ ਨਹੀਂ ਕਰ ਪਾ ਰਹੇ। ਤਾਂ ਨਾਕਾਮਯਾਬ ਆ ਨਸ਼ਾ ਬੰਦ ਕਰਨ 'ਚ ਭਗਵੰਤ ਮਾਨ ਸਰਕਾਰ। ਪੰਦੇਰ ਸਾਹਿਬ, ਤੁਸੀਂ ਲਗਾਤਾਰ ਸਰਕਾਰਾਂ ਨਾਲ ਮੱਥੇ ਲਾਉਂਦੇ ਆਏ ਹੋ ਹਰ ਮੁੱਦੇ ਨੂੰ ਲੈ ਕੇ, ਕਦੀ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ ਹੈ? ਕੱਲ ਬਟਾਲੇ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੋਈ ਆ, ਕਿਸਾਨ ਦੇ ਵੱਲੋਂ ਨਾੜ ਨੂੰ ਅੱਗ ਲਗਾਈ ਸੀ, ਸਕੂਲ ਵੈਨ ਨੂੰ ਅੱਗ ਲੱਗੀ, ਬੱਚਿਆਂ ਨੂੰ ਸੱਟਾਂ ਲੱਗੀਆਂ, ਪਰ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ। ਕਦੀ ਕਿਸਾਨਾਂ ਨੂੰ ਵੀ ਜਾਗਰੂਕ ਕੀਤਾ? ਕਿਵੇਂ ਵੇਖਦੇ ਹੋ? ਬਿਲਕੁਲ, ਦੇਖੋ ਇਹ ਅਜਿਹੇ ਮਸਲਿਆਂ ਤੇ ਪਹਿਲੀ ਵਾਰ ਨਹੀਂ ਹਾਦਸਾ, ਇਹ ਪਹਿਲੋਂ ਵੀ ਹੋਏ ਆ। ਤਾਂ ਬਿਲਕੁਲ ਨਹੀਂ ਕਿਸਾਨ ਚਾਹੁੰਦਾ ਵੀ ਨਾੜ ਨੂੰ ਅੱਗ ਲਾਈ ਜਾਵੇ, ਅਸੀਂ ਇਧਰੋਂ ਵੀ ਨਹੀਂ ਲਾਉਣੀ ਚਾਹੀਦੀ। ਹੁਣ ਸਵਾਲ ਇਹਦੇ ਡੂੰਘੇ ਤੇ ਵੱਡੇ ਨੇ। ਜਿਹੜਾ ਮਾਡਲ ਸਰਕਾਰਾਂ ਨੇ ਕਾਰਪੋਰੇਟ ਨੇ ਲਿਆਂਦਾ, ਉਹਦੇ ਰਿਜ਼ਲਟ ਨੇ ਵੀ ਉਹਦੀ ਰਹਿੰਦ ਖੂੰਦ ਦੀ ਕਿਤੇ ਟਿਕਾਣੇ ਨਹੀਂ ਲੱਗਦੀ, ਨਾ ਉਸ ਕਿਸਮ ਦੀ ਮਸ਼ੀਨ ਆ। ਤਾਂ ਸਰਕਾਰ ਨੂੰ ਚਾਹੀਦਾ ਰਹਿੰਦ ਖੂੰਦ ਨੂੰ ਕਿਵੇਂ ਟਿਕਾਣੇ ਲਾਈਏ, ਉਹਦਾ ਪ੍ਰਚਾਰ ਪ੍ਰੋਪੋਗੰਡਾ ਕੀਤਾ ਜਾਵੇ, ਇਹੋ ਜਿਹੇ ਹਾਦਸੇ ਨਾ ਵਾਪਰਨ। ਪੰਦੇਰ ਸਾਹਿਬ, ਹਰ ਗੱਲ ਜਿਹੜੀ ਸਰਕਾਰਾਂ ਤੇ ਸੁੱਟੀ ਜਾਂਦੀ ਹੈ ਵੀ ਸਰਕਾਰ ਆਹ ਕਰ ਦੇਵੇ, ਉਹ ਕਰ ਦੇਵੇ। ਲੱਗਦਾ ਨਹੀਂ ਆ ਜਿੰਨਾ ਬੱਚਿਆਂ ਵਾਸਤੇ ਅਸੀਂ ਕਮਾਈਆਂ ਕਰ ਰਹੇ ਹਾਂ, ਜਿੰਨਾ ਬੱਚਿਆਂ ਵਾਸਤੇ ਸੰਸਾਰ ਚਲਾ ਰਹੇ ਹਾਂ, ਉਹੀ ਬੱਚਿਆਂ ਦਾ ਭਵਿੱਖ ਖਤਰੇ 'ਚ ਪੈ ਗਿਆ। ਭਾਵੇਂ ਉਹ ਜ਼ਮੀਨਾਂ ਨੂੰ ਅੱਗ ਲਾ ਕੇ ਹੋ ਗਿਆ, ਜਿਸ ਤਰ੍ਹਾਂ ਦੇ ਇਹ ਚੀਜ਼ਾਂ ਨੁਕਸਾਨ ਹੋ ਰਹੇ ਨੇ। ਖਾਸ ਕਰਕੇ ਤੁਸੀਂ ਬਹੁਤ ਸਾਰੇ ਭਾਸ਼ਣਾਂ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਰੁੱਖ ਲਗਾਉਣੇ ਚਾਹੀਦੇ ਆ, ਆਕਸੀਜਨ ਖਤਮ ਹੁੰਦੀ ਆ। ਸਭ ਤੋਂ ਵੱਧ ਇਸ ਵਾਰ ਨਾੜ ਨੂੰ ਅੱਗ ਲਗਾਈ ਗਈ ਆ, ਕਿਸਾਨਾਂ ਵੱਲੋਂ ਬਹੁਤ ਸਾਰੇ ਰੁੱਖਾਂ ਦਾ ਨੁਕਸਾਨ ਹੋਇਆ ਜੀ। ਬਿਲਕੁਲ, ਇਹ 'ਚ ਤਾਂ ਕੋਈ ਦੋ ਰਾਏ ਨਹੀਂ ਹੈ ਵੀ ਇਹ ਕੁਝ ਨਹੀਂ ਹੋ ਰਿਹਾ। ਇਹਦੇ ਕਾਰਨਾਂ ਦਾ ਕਾਰਨ ਲੱਭੇ ਜਾਣਗੇ ਕਿ ਕਾਰਨ ਕੀ ਆ। ਅੱਜ ਤੋਂ 20 ਸਾਲ ਪਹਿਲਾਂ ਤੇ ਇਹ ਕਿਸਾਨ ਇਹੋ ਜਿਹਾ ਨਹੀਂ ਸੀ ਕਰਦੇ। ਅੱਜ ਤੋਂ 20 ਸਾਲ ਪਹਿਲਾਂ ਨਾੜ ਨੂੰ ਇਦਾਂ ਅੱਗ ਵੀ ਨਹੀਂ ਲਗਾਈ ਜਾਂਦੀ, ਲੋਕ ਚੰਗੇ ਢੰਗ ਨਾਲ ਕੰਮ ਕਰਦੇ, ਸ਼ਾਇਦ ਹੱਥ ਨਾਲ ਵਾਢੀ ਕੀਤੀ ਜਾਂਦੀ ਸੀ, ਪੈਲੀਆਂ ਸਾਫ਼ ਹੁੰਦੀਆਂ ਸੀ। ਲੱਗਦਾ ਨਹੀਂ ਲੋਕ ਵੀ ਕਿਤੇ ਨਾ ਕਿਤੇ ਆਲਸੀ ਹੋ ਗਏ, ਹੁਣ ਕਿਸਾਨ ਵੀ। ਇਹ ਨਹੀਂ ਕਹਿ ਸਕਦੇ। ਜਿਹੜੇ ਮਾਡਲ ਲੈ ਕੇ ਆਈ ਸਰਕਾਰ, ਜਿਹੜੀ ਮਸ਼ੀਨਰੀ ਲੈ ਕੇ ਆਈ ਖੇਤੀ 'ਚ, ਉਹਨਾਂ ਨੂੰ ਸਵਾਲ ਹੈ ਵੀ ਜਿਹੜੇ ਮੁਲਕ ਦੇ ਇੰਨੇ ਹੱਥ ਬੇਰੁਜ਼ਗਾਰ ਹੋਣ, ਉੱਥੇ ਇੰਨੀ ਖੇਤੀ ਮਸ਼ੀਨਰੀ ਨਹੀਂ ਚਾਹੀਦੀ ਹੁੰਦੀ। ਤਾਂ ਉਹ ਕਾਰਪੋਰੇਟ ਆਪਦੀਆਂ ਮਸ਼ੀਨਾਂ ਵੇਚਣ ਲਈ ਇੰਨੀ ਧੱਕੇ ਨਾਲ ਮਸ਼ੀਨਰੀ ਸੁੱਟੀ ਗਈ, ਤਾਂ ਹੀ ਕਿਸਾਨ ਕੰਮ ਕਰਨੋਂ ਵੀ ਹਟਾਏ ਤੇ ਆਪਣਾ ਨੁਕਸਾਨ ਵੀ ਕਰਾਇਆ, ਸਾਡਾ ਨੁਕਸਾਨ ਵੀ ਹੋਇਆ। ਤਾਂ ਅਸਲ ਵਿੱਚ ਸਰਕਾਰ ਦੇ ਮਾਡਲ ਤੇ ਸਵਾਲ ਆ। ਹਾਂ, ਉਵੇਂ ਬੱਚੇ ਵੀ ਸਾਡੇ ਆ, ਨੁਕਸਾਨ ਵੀ ਸਾਡਾ ਹੋਣਾ। ਐਕਚੁਅਲੀ ਬੱਚੇ ਤਾਂ ਉਹ ਕਿਸਾਨਾਂ ਮਜ਼ਦੂਰਾਂ ਦੇ ਹੀ ਹੈਗੇ, ਪਰ ਸਰਕਾਰਾਂ ਨੂੰ ਚਾਹੀਦਾ ਕੋਈ ਪਾਲਿਸੀ ਲਿਆਉਣ ਇਸ ਮੁੱਦੇ ਤੇ। ਪਾਲਿਸੀ ਤਾਂ ਕੋਈ ਨਹੀਂ ਹੈਗੀ। ਬਹੁਤ ਸਾਰੇ ਲੋਕ ਉਸ ਕਿਸਾਨ ਦੇ ਉੱਤੇ ਕਾਰਵਾਈ ਦੀ ਮੰਗ ਕਰ ਰਿਹਾ ਜਿਸ ਕਿਸਾਨ ਦੀ ਉਹ ਜ਼ਮੀਨ ਸੀ ਜਾਂ ਅੱਗ ਲਗਾਈ ਸੀ। ਤੁਹਾਡਾ ਕੀ ਕਹਿਣਾ ਹੈ ਤੇ? ਬਿਲਕੁਲ, ਜੇ ਕੋਈ ਕਿਸੇ ਹਾਦਸੇ ਦਾ ਕੋਈ ਵੀ ਮੁਜਰਮ ਆ ਤਾਂ ਉਹਦੀ ਜਾਂਚ ਪੜਤਾਲ ਤਾਂ ਹੋਣੀ ਚਾਹੀਦੀ ਹੈ। ਪਰ ਇਹਦੇ ਪਿੱਛੇ ਇੱਕ ਹਾਦਸੇ ਨੂੰ ਤੁਸੀਂ ਹੱਲ ਕਰਕੇ ਉਸ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਤੁਸੀਂ ਲੰਮੇ ਦਾ ਤਾਂ ਸੋਚੋ ਵੀ ਇਹ ਵਰਤਾਰਾ ਕਿਉਂ ਵਰਤ ਰਿਹਾ। ਗਾਂ ਕਣਕ ਜਾਂ ਪਰਾਲੀ ਦੇ ਸੜ ਤੋਂ ਪਹਿਲੋਂ ਉਹਦੇ ਪ੍ਰਬੰਧ ਹੋ ਜਾਣ, ਕਿਸਾਨਾਂ ਨੂੰ ਅਵੇਅਰ ਕੀਤਾ ਜਾਵੇ ਵੀ ਅਜਿਹਾ ਕੰਮ ਹੀ ਨਾ ਕਰਨ। ਉਹਦੇ ਲਈ ਸਰਕਾਰ ਦਾ ਕੋਈ ਬਦਲਵਾਂ ਪ੍ਰਬੰਧ ਹੋਵੇ। ਮਾਨ ਸਰਕਾਰ ਕਹਿੰਦੀ ਸੀ ਪੰਜਾਬ 'ਚ ਸਰਕਾਰ ਰਹੇਗੀ, ਪੰਜਾਬ ਧਰਨਾ ਮੁਕਤ ਹੋ ਜਾਊਗਾ। ਲੱਗਦਾ ਪੰਜਾਬ ਧਰਨਾ ਮੁਕਤ ਹੋ ਗਿਆ? ਤੁਸੀਂ ਕਾਫੀ ਵਾਰ ਡੀਸੀ ਦਫ਼ਤਰਾਂ ਦਾ ਘਰਾਓ ਕਰ ਚੁੱਕੇ ਹੋ, ਲੱਗਦਾ ਕੋਈ ਕੰਨ ਤੇ ਜੂ ਨਹੀਂ ਸਰਕਦੀ ਸਰਕਾਰ ਦੇ। ਦੇਖੋ, ਧਰਨਾ ਮੁਕਤ ਤਾਂ ਹੋਵੇ ਜੇ ਉਹਨਾਂ ਦੀ ਕੋਈ ਨਵੀਂ ਪਾਲਿਸੀ ਕਿਸਾਨਾਂ ਮਜ਼ਦੂਰਾਂ ਦੇ ਹੱਕ 'ਚ ਹੋਵੇ। ਜੋ ਪਿਛਲੀਆਂ ਸਰਕਾਰਾਂ ਕਰਦੀਆਂ ਸੀ ਉਹੀ ਕੁਝ ਇਹ ਕਰ ਰਹੇ ਨੇ, ਫਰਕ ਤਾਂ ਕੁਝ ਲੱਗਦਾ ਨਹੀਂ। ਤੇ ਫਿਰ ਪਿਛਲੀਆਂ ਸਰਕਾਰਾਂ ਵਾਲੇ ਵੀ ਧਰਨੇ ਮੁਜ਼ਾਹਰੇ ਹੁੰਦੇ ਸੀ, ਇਹਨਾਂ ਖਿਲਾਫ ਵੀ ਹੋ ਰਹੇ ਆ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਕਲੇਰ ਬਾਲਾ ਸਾਡੇ ਨਾਲ ਨੇ। ਬਾਲਾ ਸਾਹਿਬ, ਅੱਜ ਫਿਰ ਤੁਹਾਡੇ ਵੱਲੋਂ ਡੀਸੀ ਦਫ਼ਤਰ ਦਾ ਘਰਾਓ ਕੀਤਾ ਜਾ ਰਿਹਾ, ਕੀ ਮੁੱਦਾ ਕੀ ਹੈ ਜੀ? ਅੱਜ ਸਾਡਾ ਜੀ ਵੇਖੋ, ਕੁਝ ਸਾਡੀਆਂ ਕੇਂਦਰ ਸਰਕਾਰ ਨਾਲ ਮੰਗਾਂ ਸੀਗੀਆਂ ਜਿਹੜੀਆਂ ਦਿੱਲੀ ਅੰਦੋਲਨ ਦੇ ਵਿੱਚ ਕੇਂਦਰ ਸਰਕਾਰ ਨੇ ਮੰਨੀਆਂ ਸੀ ਜੀ, ਉਹਨਾਂ ਨੂੰ ਲਾਗੂ ਕਰਾਉਣ ਦਾ ਮੁੱਦਾ ਆ। ਉਹ ਸਾਡੀਆਂ ਪੰਜਾਬ ਸਰਕਾਰ ਨਾਲ ਸੀਗੀਆਂ, ਜਿਹੜੀਆਂ ਪੰਜਾਬ ਸਰਕਾਰ ਦੇ ਅਧਿਕਾਰ 'ਚ ਆਉਂਦੀਆਂ, ਉਹਨਾਂ ਨੇ ਲਾਗੂ ਕਰਨੀਆਂ ਸੀਗੀਆਂ। ਉਹ ਜਿਹੜਾ ਗਰਾਊਂਡ ਦੇ ਉੱਤੇ ਕੋਈ ਵੀ ਜਿਹੜਾ ਸਾਡਾ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਹੋ ਰਿਹਾ, ਨਾ ਕੇਂਦਰ ਕਰ ਰਹੀ ਹੈ ਨਾ ਪੰਜਾਬ ਕਰ ਰਹੀ ਹੈ ਜੀ। ਤੇ ਇਸ ਕਰਕੇ ਜਿਹੜਾ ਅੱਜ ਅਸੀਂ 5 ਮਈ ਨੂੰ ਜਿਹੜਾ ਵਾ ਆਪਣਾ ਰੋਸ ਪ੍ਰਦਰਸ਼ਨ ਜਿਹੜਾ ਕਰਨ ਦਾ ਫੈਸਲਾ ਕੀਤਾ ਸੀ। ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ, ਕਾਫੀ ਮੀਟਿੰਗਾਂ ਜਿਹੜੀਆਂ ਤੁਹਾਡੀਆਂ ਕਾਂਗਰਸ ਸਰਕਾਰ ਦੇ ਨਾਲ ਹੋਈਆਂ, ਉਦੋਂ ਕੋਈ ਹੱਲ ਨਹੀਂ ਨਿਕਲਿਆ। ਹੁਣ ਆਮ ਆਦਮੀ ਪਾਰਟੀ ਸਰਕਾਰ ਹੈ ਜੀ ਤੁਹਾਡੀ। ਬਿਲਕੁਲ ਜੀ, ਕਿਸੇ ਵੀ ਕੱਲੀ ਕਾਂਗਰਸ ਨੇ ਨਹੀਂ, ਜਦੋਂ ਪਹਿਲਾਂ 10 ਸਾਲ ਅਕਾਲੀ ਦਲ ਨੇ ਰਾਜ ਕੀਤਾ, ਉਹਨਾਂ ਨੇ ਵੀ ਕੋਈ ਕਿਸਾਨਾਂ ਦਾ ਮਸਲਾ ਨਹੀਂ ਹੱਲ ਕੀਤਾ। ਉਹ ਕੈਪਟਨ ਸਾਹਿਬ ਰਹੇ ਆ ਸੱਤਾ ਦੇ ਵਿੱਚ, ਉਹਨਾਂ ਨੇ ਵੀ ਕੋਈ ਕਿਸਾਨਾਂ ਦਾ ਜਿਹੜਾ ਮਸਲਾ ਪ੍ਰੋਪਰ ਤਰੀਕੇ ਨਾਲ ਹੱਲ ਨਹੀਂ ਕੀਤਾ। ਸਿਰਫ ਇੱਕ ਅਖਬਾਰੀ ਸੁਰਖੀਆਂ ਬਟੋਰਨ ਵਾਸਤੇ ਬਿਆਨਬਾਜ਼ੀ ਕਾਫੀ ਵੱਡੇ ਪੱਧਰ ਤੇ ਹੁੰਦੀ ਰਹੀ। ਇਸ ਤੋਂ ਪਹਿਲਾਂ ਵੀ ਕਈ ਵਾਰ ਤੁਸੀਂ ਡੀਸੀ ਦਫ਼ਤਰਾਂ ਦਾ ਘਰਾਓ ਕਰ ਚੁੱਕੇ ਹੋ, ਪਰ ਸਿੱਟਾ ਕੋਈ ਨਹੀਂ ਨਿਕਲਿਆ। ਲੰਮਾ ਸਮਾਂ ਸੰਘਰਸ਼ ਕਰ ਰਹੇ ਹੋ,
ਪਰ ਮਾਨ ਸਰਕਾਰ ਕਹਿੰਦੀ ਹੈ ਪੰਜਾਬ ਧਰਨਾ ਮੁਕਤ ਹੋ ਗਿਆ ਤੇ ਕਰ ਦੇਣਾ ਆਇਆ ਸੀ। ਵੇਖੋ ਇਹਦੇ ਪਿੱਛੇ ਸਰਕਾਰ ਦੀ ਸਾਫ਼ ਨੀਤੀ ਝਲਕਦੀ ਆ। ਲੋਕ ਪੱਖੀ ਨੀਤੀ ਹੈ ਨਹੀਂ ਸਰਕਾਰ ਦੀ। ਪਹਿਲੇ ਸਭ ਤੋਂ ਪਹਿਲਾਂ ਸਰਕਾਰ ਕੋਈ ਵੀ ਹੋਵੇ ਉਹਦੀ ਲੋਕ ਪੱਖੀ ਨੀਤੀ ਹੋਣੀ ਚਾਹੀਦੀ ਆ। ਨੀਤੀ ਸਰਕਾਰ ਦੀ ਕਾਰਪੋਰੇਟ ਪੱਖੀ ਆ ਤੇ ਫਿਰ ਲੋਕਾਂ ਦੇ ਫੈਸਲੇ ਤੇ ਜਿਹੜੇ ਇਸੇ ਤਰੀਕੇ ਨਾਲ ਲਟਕਦੇ ਰਹਿਣੇ ਆ। ਸਰ ਇੱਕ ਸਰਕਾਰ ਕੋਈ ਵੀ ਹੋਵੇ ਉਹਨੂੰ ਪਹਿਲਾਂ ਸਭ ਤੋਂ ਪਹਿਲਾਂ ਲੋਕ ਪੱਖੀ ਨੀਤੀ ਲੈ ਕੇ ਆਉਣਾ ਪਊਗਾ। ਇਸ ਵਾਰ ਸਭ ਤੋਂ ਵੱਧ ਕਿਸਾਨਾਂ ਦੇ ਨਾੜ ਨੂੰ ਅੱਗ ਲਾਈ ਆ, ਨੁਕਸਾਨ ਵੀ ਬਹੁਤ ਸਾਰੇ ਹੋਏ ਨੇ। ਕੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਰਕਾਰਾਂ ਦੇ ਉੱਤੇ ਸਵਾਲ ਚੁੱਕਦੀ ਆ? ਕਦੀ ਕਿਸਾਨਾਂ ਤੇ ਵੀ ਸਵਾਲ ਚੁੱਕਿਆ ਕਿ ਬਹੁਤ ਸਾਰੇ ਨੁਕਸਾਨ ਹੋ ਰਹੇ ਆ, ਜਿਵੇਂ ਕੱਲ ਬਟਾਲੇ ਦੇ ਵਿੱਚ ਘਟਨਾ ਹੋਈ ਆ। ਜਿਹੜੀ ਬਟਾਲੇ ਦੇ ਵਿੱਚ ਘਟਨਾ ਹੋਈ ਆ ਉਹ ਬਹੁਤ ਮੰਦਭਾਗੀ ਘਟਨਾ। ਸਾਡੇ ਹੀ ਪਰਿਵਾਰਾਂ ਦੇ ਬੱਚੇ ਆ। ਸਾਨੂੰ ਮਤਲਬ ਕਿ ਜਿਹੜਾ ਵਾ ਉਹਨਾਂ ਦੇ ਨਾਲ ਮਤਲਬ ਕਿ ਦੁੱਖ ਮਹਿਸੂਸ ਹੁੰਦਾ ਕਿ ਸਾਡੇ ਘਰਾਂ ਦੇ ਬੱਚੇ ਜਿਹੜੇ ਆ ਉਹ ਐਕਸੀਡੈਂਟ ਹੋਈ ਆ ਗੱਡੀ। ਪਰ ਕਿਸਾਨ ਅੱਗ ਕਿਉਂ ਲਾਉਂਦਾ ਵੇਖਣ ਵਾਲੀ ਗੱਲ ਇਹ ਆ ਕਿ ਸਰਕਾਰ ਜਿਹੜੀ ਆ ਇਹ ਪੋਲੂਸ਼ਨ ਤੇ ਬਹੁਤ ਮਤਲਬ ਕਿ ਬੋਲਦੀ ਰਹੀ ਆ ਕਿ ਅਸੀਂ ਕਿਸਾਨਾਂ ਦੇ ਜਿਹੜੇ ਮਸਲੇ ਹੱਲ ਕਰਾਂਗੇ। ਮਸਲਾ ਹੱਲ ਨਹੀਂ ਹੋਇਆ ਕਿਸਾਨਾਂ ਦਾ। ਉਹਨਾਂ ਦਾ ਮਕਸਦ ਆ ਮਸ਼ੀਨਰੀ ਵੇਚਣਾ ਕਾਰਪੋਰੇਟ ਵਾਲੀ। ਕਿਸਾਨ ਨੂੰ ਕੋਈ ਬਦਲ ਨਹੀਂ ਦਿੰਦੇ। ਕਿਸਾਨ ਕਦੀ ਵੀ ਅੱਗ ਲਾਉਣੇ, ਤੁਸੀਂ ਸਾਡੀਆਂ ਪੁਰਾਣੀਆਂ ਬਾਈਟਾਂ ਕੱਢ ਕੇ ਦੇਖ ਲਓ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹਮੇਸ਼ਾ ਹੀ ਇਹ ਬੋਲੀ ਆ ਵੀ ਕਿਸਾਨ ਅੱਗ ਨਹੀਂ ਲਾਉਣਾ ਚਾਹੁੰਦਾ। ਕਿਸਾਨ ਦੀ ਮਜਬੂਰੀ ਬਣਾਈ ਆ ਕਿ ਕਿਸਾਨ ਨੂੰ ਅੱਗ ਲਾਉਣੀ ਪੈਂਦੀ ਆ। ਕਿਉਂਕਿ ਸਾਹਿਬ ਜੇ ਪੁਰਾਣੀਆਂ ਬਾਈਟਾਂ ਦੀ ਗੱਲ ਕਰਦੇ ਹੋ, ਮੈਂ ਪੁਰਾਣੀ ਗੱਲ ਕਰ ਦੇਣਾ। 20 ਸਾਲ ਪਹਿਲਾਂ ਕਿਸਾਨ ਕਿਸੇ ਵੀ ਕਿੱਲੇ ਨੂੰ ਅੱਗ ਨਹੀਂ, ਕਿਸੇ ਵੀ ਪੈਲੀ ਨੂੰ ਅੱਗ ਨਹੀਂ ਲਾਉਂਦਾ। ਜਿਹੜੀ ਕਣਕ ਸੀ ਉਹ ਜੜ ਤੋਂ ਕੱਟੀ ਜਾਂਦੀ ਸੀ। ਲੱਗਦਾ ਨਹੀਂ ਉਹ ਕਿਸਾਨ ਕਿਤੇ ਨਾ ਕਿਤੇ ਹੁਣ ਜਿਹੜੇ ਆਲਸੀ ਹੋ ਗਏ ਆ, ਨਵੀਂ ਟੈਕਨੋਲੋਜੀ ਆ ਗਈ ਆ, ਧਰਨੇ ਲਗਾਉਂਦੇ ਆ ਪਰ ਖੇਤੀ ਵੱਲ ਖਿਆਲ ਨਹੀਂ ਦਿੰਦੇ ਖੁਦ ਵੀ। ਬਿਲਕੁਲ ਕਿਸਾਨ ਆਲਸੀ ਨਹੀਂ ਹੋਇਆ। ਜੇ ਕਿਸਾਨ ਆਲਸੀ ਹੋਇਆ ਹੁੰਦਾ ਤੇ ਸਾਡਾ ਦੇਸ਼ ਜਿਹੜਾ ਅੱਜ ਆਤਮ ਨਿਰਭਰ ਭਾਰਤ ਨਹੀਂ ਸੀ ਹੋਣਾ। ਪਰ ਧਰਨਿਆਂ ਤੇ ਆ ਗਿਆ ਨਾ ਕਿਸਾਨ। ਧਰਨਿਆਂ ਤੇ, ਸੜਕਾਂ ਤੇ, ਮੋੜਾਂ ਤੇ ਆ ਗਿਆ ਨਾ ਕਿਸਾਨ। ਕਿਸਾਨ ਧਰਨਿਆਂ ਤੇ ਆ ਗਿਆ ਇਸ ਕਰਕੇ ਸਰਕਾਰ ਦੀਆਂ ਨੀਤੀਆਂ ਕਰਕੇ। ਕਿਸਾਨ ਕੋ ਅੱਜ ਵੀ ਕੋਈ ਸਮਾਂ ਨਹੀਂ ਧਰਨਾ ਦੇਣ ਵਾਸਤੇ। ਕਿਸਾਨ ਜਿਹੜਾ ਬਹੁਤ ਮਿਹਨਤ ਕਰਦਾ ਵਾ। ਕਿਸਾਨ ਸਰਕਾਰ ਦੀਆਂ ਨੀਤੀਆਂ ਧਰਨਿਆਂ ਚ ਲਿਆਈਆਂ। ਮੈਂ ਦੱਸਦਾ ਤੁਹਾਨੂੰ, ਪਹਿਲੇ ਕਿਸਾਨ ਅੱਗ ਲਾਉਂਦਾ ਸੀਗਾ, ਝੋਨੇ ਦੀ ਕਟਾਈ ਕਰਦੇ ਸੀਗੇ ਤੇ ਸਾਰਾ ਜਿਹੜਾ ਝੋਨਾ ਇੱਕ ਜਗ੍ਹਾ ਤੇ ਇਕੱਠੇ ਕਰਕੇ ਪਰਾਲੀ ਇੱਕ ਜਗ੍ਹਾ ਤੇ ਇਕੱਠੀ ਹੁੰਦੀ ਸੀਗੀ ਤੇ ਉਸ ਢੇਰ ਨੂੰ ਅੱਗ ਲਗਾਈ ਜਾਂਦੀ ਸੀਗੀ। ਕਿਸਾਨ ਨੂੰ ਉਹ ਜਿਹੜੇ ਰਾਖ ਬਣ ਜਾਂਦੀ ਸੀ ਪਰਾਲੀ ਜਲਣ ਤੋਂ ਬਾਅਦ ਦੇ ਵਿੱਚ, ਉਹ ਟੋਕਰਿਆਂ ਦੇ ਵਿੱਚ ਪਾ ਕੇ ਪੰਡਾਂ ਬੰਨ ਕੇ ਜਿਹੜਾ ਪੈਲੀ ਦੇ ਵਿੱਚ ਖਿਲਾਰਨੀ ਪੈਂਦੀ ਸੀਗੀ। ਬਹੁਤ ਮਿਹਨਤ ਦਾ ਕੰਮ ਸੀਗਾ। ਅੱਜ ਜਦੋਂ ਸਾਨੂੰ ਸਰਕਾਰ ਨੇ ਮਸ਼ੀਨਰੀ ਦਾ ਯੁੱਗ ਦੇਤਾ, ਸਾਡਾ ਪੁਰਾਣਾ ਮਾਡਲ ਖਤਮ ਕਰ ਦਿੱਤਾ ਤੇ ਇਸ ਕਰਕੇ ਉਹ ਜਿਹੜੀ ਆ ਰਹਿੰਦ ਖੂੰਹਦ ਆ ਪੂਰੀ ਪੈਲੀ ਦੇ ਵਿੱਚ ਬਿਖਰ ਜਾਂਦੀ ਆ। ਕਲੀਅਰ ਬਾਲਾ ਜੀ, ਤੁਸੀਂ ਕਹਿ ਰਹੇ ਹੋ ਕਿ ਜਿਹੜੀ ਰੂੜੀ ਦੀ ਵਰਤੋਂ ਕੀਤੀ ਜਾਂਦੀ ਸੀ ਉਹ ਪੈਲੀ ਦੇ ਵਿੱਚ ਪਾਉਂਦੀ ਸੀ। ਸ਼ਾਇਦ ਕਿਸਾਨ ਵਾਸਤੇ ਉਹ ਸਮਾਂ ਚੰਗਾ ਸੀਗਾ। ਅੱਜ ਕਿਸਾਨ ਮੰਗ ਕਰ ਰਿਹਾ ਹੈ ਕਿ ਜ਼ਹਿਰੀਲੀਆਂ ਦਵਾਈਆਂ ਦਿੱਤੀਆਂ ਜਾਣ ਜਿਹਦੇ ਨਾਲ ਨਦੀਨ ਖਤਮ ਹੋ ਜੇ। ਲੱਗਦਾ ਨਹੀਂ ਨਦੀਨ ਖਤਮ ਹੋਣ ਦੇ ਨਾਲ ਸ਼ਾਇਦ ਪੰਜਾਬ ਦੀ ਜਵਾਨੀ ਵੀ ਖਤਮ ਹੁੰਦੀ ਆ ਰਹੀ ਆ, ਇਨਸਾਨੀਅਤ ਵੀ ਖਤਮ ਹੁੰਦੀ ਆ ਰਹੀ ਆ, ਜਿਹਦੇ ਵਿੱਚ ਹਰ ਤਰ੍ਹਾਂ ਦੇ ਤੱਤ ਹੁੰਦੇ ਆ ਉਹ ਜ਼ਮੀਨ 'ਚ ਜਦੋਂ ਪਾਉਂਦੇ ਆ ਖਤਮ ਹੋ ਜਾਂਦੇ ਆ। ਦੇਖੋ ਜੀ, ਕਿਸੇ ਵੀ ਕਿਸਾਨ ਨੇ ਜਿਹੜਾ ਜ਼ਹਿਰ ਘਰ ਨਹੀਂ ਪੈਦਾ ਕੀਤਾ। ਜਿਹੜੀਆਂ ਨਦੀਨਨਾਸ਼ਕ ਦਵਾਈਆਂ ਜਾਂ ਫੰਗੀਸਾਈਡ ਦਵਾਈਆਂ ਇਹ ਕਿਸੇ ਵੀ ਕਿਸਾਨ ਨੇ ਪੈਦਾ ਨਹੀਂ ਕੀਤੀਆਂ। ਇਹ ਸਰਕਾਰਾਂ ਦੀਆਂ ਨੀਤੀਆਂ ਹੀ ਆ ਜਿਹੜੀਆਂ ਵਿਦੇਸ਼ਾਂ ਤੋਂ। ਸਰਕਾਰਾਂ ਦੀਆਂ ਬਣਾਈਆਂ ਨੀਤੀਆਂ ਅਸੀਂ ਕਿਉਂ ਵਰਤ ਰਹੇ ਹਾਂ? ਕਿਉਂ ਨਹੀਂ ਬਾਈਕਾਟ ਕਰਦੇ? ਅਸੀਂ ਖੁਦ ਕਿਉਂ ਨਹੀਂ ਰੂੜੀਆਂ ਦਾ ਇਸਤੇਮਾਲ ਕਰਦੇ? ਰੂੜੀ ਤੁਹਾਡੇ ਖੇਤਾਂ 'ਚ ਹੁੰਦੀ ਆ, ਤੁਹਾਡੇ ਡੰਗਰਾਂ ਤੋਂ ਹੁੰਦੀ ਆ, ਉਹਦਾ ਇਸਤੇਮਾਲ ਕਰਕੇ ਤੁਸੀਂ ਚੰਗੀ ਫਸਲ ਕਿਉਂ ਨਹੀਂ ਉਗਾਉਂਦੇ? ਕਿਉਂ ਜ਼ਹਿਰ ਵਾਲੀਆਂ ਚੀਜ਼ਾਂ ਖਾ ਰਹੇ ਆ? ਬਿਲਕੁਲ ਇਹ ਕਿਸਾਨਾਂ ਦੀ ਮਜਬੂਰੀ ਬਣਾ ਦਿੱਤੀ ਗਈ ਆ। ਕਿਸਾਨ ਕੋਈ ਵੀ ਇਸ ਤਰੀਕੇ ਨਾਲ ਪੈਸਟੀਸਾਈਡ ਦਵਾਈਆਂ ਜਿਹੜੀਆਂ ਨਹੀਂ ਸੀ ਆਪਣੇ ਖੇਤਾਂ 'ਚ ਵਰਤਦਾ। ਸਰਕਾਰਾਂ ਨੇ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਯੂਰੀਆ ਇੰਨੀ ਪਾਓ ਝਾੜ ਨੂੰ ਵਧਾਉਣ ਵਾਸਤੇ, ਕਿਉਂਕਿ ਅਨਾਜ ਦੀ ਲੋੜ ਸੀਗੀ। ਭਾਰਤ ਦੇ ਕੋਲ ਖਾਣ ਜੋਗਾ ਅਨਾਜ ਨਹੀਂ, ਦੂਜੇ ਦੇਸ਼ਾਂ ਕੋਲੋਂ ਅਨਾਜ ਮੰਗ ਕੇ ਲਿਆਉਣਾ ਪੈਂਦਾ ਸੀ। ਉਹਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਜਿਹੜਾ ਇਹਨਾਂ ਨੇ ਸਾਨੂੰ ਮਜਬੂਰ ਕੀਤਾ ਕਿ ਤੁਸੀਂ ਆ ਪੈਸਟੀਸਾਈਡ ਦਵਾਈਆਂ, ਰੇਹਾਂ ਸਪਰੇਆਂ ਜਿਹੜੀਆਂ ਵਰਤੋ। ਸੋ ਸਾਡੇ ਕੋਲੋਂ ਪੁਰਾਣਾ ਮਾਡਲ ਖੋਲਿਆ। ਅੱਜ ਵੀ ਕਿਸਾਨ ਕੁਦਰਤੀ ਖੇਤੀ ਕਰਨ ਨੂੰ ਚਾਹੁੰਦਾ ਵਾ, ਕਰ ਸਕਦਾ ਵਾ, ਬੜੇ ਤਰੀਕੇ ਨਾਲ ਕਰ ਸਕਦਾ। ਪਰ ਕਿਸਾਨ ਦੀ ਮਜਬੂਰੀ ਇਹ ਆ ਕਿ ਕਿਸਾਨ ਨੂੰ ਉਹਦੀ ਫਸਲ ਦਾ ਭਾਅ ਜਿਹੜਾ ਵਾਜਬ ਨਹੀਂ ਦਿੱਤਾ ਜਾਂਦਾ। ਅੱਜ ਇਹ ਧਰਨਾ ਲਗਾਇਆ ਜਾ ਰਿਹਾ, ਕਿੰਨੇ ਸਮੇਂ ਵਾਸਤੇ ਧਰਨਾ? ਅਣਮਿੱਥੇ ਸਮੇਂ ਲਈ ਜਾਂ ਸ਼ਾਮ ਨੂੰ ਚੁੱਕ ਦਿੱਤਾ ਜਾਵੇਗਾ? ਅੱਜ ਜੀ ਸਾਡਾ ਜਿਹੜਾ ਧਰਨਾ ਵਾ ਅਸੀਂ ਆਏ ਆ, ਇਹ ਪ੍ਰਸ਼ਾਸਨ ਤੇ ਡਿਪੈਂਡ ਕਰਦਾ। ਸਾਡੇ ਨਾਲ ਗੱਲਬਾਤ ਕਰਦਾ। ਸਾਡਾ ਇੱਕ ਦਿਨ ਦਾ ਪ੍ਰੋਗਰਾਮ ਹੈ ਅੱਜ। ਸਾਡੇ ਨਾਲ ਗੱਲਬਾਤ ਕਰਦੇ ਆ, ਅਸੀਂ ਆਪਣਾ ਮੰਗ ਪੱਤਰ ਤੇ ਡਿਸਕਸ ਕਰਾਂਗੇ ਤੇ ਠੀਕ ਆ ਆਪਣੇ ਘਰ ਨੂੰ ਜਾਵਾਂਗੇ। ਸਾਡੇ ਘਰ ਬਹੁਤ ਸਾਰਾ ਕੰਮ ਆ। ਅਗਰ ਪ੍ਰਸ਼ਾਸਨ ਗੱਲ ਨਹੀਂ ਕਰਦਾ ਤੇ ਲੰਬਾ ਵੀ ਚੱਲ ਸਕਦਾ। ਸੋ ਧੰਨਵਾਦ ਜੀ ਸਰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਜਿਨ੍ਹਾਂ ਵੱਲੋਂ ਅੱਜ ਡੀਸੀ ਅੰਮ੍ਰਿਤਸਰ ਦੇ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ, ਜਿਨ੍ਹਾਂ ਨੇ ਕਹਿਣਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇ ਪੂਰੇ ਨਹੀਂ ਕਰਦੇ, ਜਿਸ ਮੁੱਦੇ ਨੂੰ ਲੈ ਕੇ ਉਹਨਾਂ ਵੱਲੋਂ ਅੱਜ ਸੰਘਰਸ਼ ਜਿਹੜਾ ਉਹ ਜਾਰੀ ਕੀਤਾ।